ਸ਼ਹਾਦਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ 1606 ਈਸਵੀ ਦੇ ਵਿੱਚ ਜਿਹੜਾ ਹੈ ਬੜੇ ਅਕਹਿ ਤਸੀਹੇ ਦੇ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਤੇ ਇਤਿਹਾਸਕਾਰ ਇਹ ਲਿਖਣਾ ਕਰਦੇ ਹਨ ਕਿ ਸਭ ਤੋਂ ਵੱਡਾ ਰੋਲ ਹੈ ਜਿਹੜਾ ਚੰਦੂ ਬ੍ਰਾਹਮਣ ਸੀ, ਜਿਹੜਾ ਉਹਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ। ਹੋਰ ਵੀ ਬੜੇ ਕਾਰਨ ਸਨ ਜਿਨ੍ਹਾਂ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਹੋਣਾ ਪਿਆ। ਠੀਕ ਹੈ, ਚੰਦੂ ਹੈ ਜਿਹੜਾ, ਉਹਨੇ ਬੜਾ ਅਕਹਿ ਤਸੀਹੇ ਦਿੱਤੇ ਪਾਤਸ਼ਾਹ ਜੀ ਨੂੰ। ਉਸ ਦੇ ਪਾਤਰ ਨੂੰ ਇੱਕ ਪਾਸੇ ਰੱਖ ਕਰਕੇ ਜੇਕਰ ਦੇਖਿਆ ਜਾਵੇ ਤੇ ਹੋਰ ਵੀ ਬੜੇ ਕਾਰਨ ਬਣਦੇ ਹਨ, ਜਿਨ੍ਹਾਂ ਵਿੱਚੋਂ ਬਾਬਾ ਪ੍ਰਿਥੀ ਚੰਦ, ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾ ਸਨ, ਉਸ ਦੀ ਜਿਹੜੀ ਦੁਸ਼ਮਣੀ ਹੈ, ਉਸ ਦੀ ਜਿਹੜੀ ਨਫ਼ਰਤ ਹੈ, ਉਹਦੇ ਮਨ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੇ ਸਮੇਂ ਤੋਂ ਹੀ ਪੈ ਜਾਂਦੀ ਹੈ। ਤੇ ਇਸ ਗੁਰਗੱਦੀ ਨੂੰ ਲੈ ਕਰਕੇ ਉਹਦੇ ਅੰਦਰ ਦਿਨੋਂ ਦਿਨ ਉਹ ਭਾਵਨਾ ਵੱਧਦੀ ਜਾਂਦੀ ਹੈ ਕਿ ਗੁਰਗੱਦੀ ਹੈ ਜਿਹੜੀ ਉਹ ਮੈਨੂੰ ਹੀ ਮਿਲਣੀ ਚਾਹੀਦੀ। ਪਰ ਇਹ ਗੁਰਗੱਦੀ ਸੀ ਜਿਹੜੀ, ਇਹ ਤਾਂ ਪ੍ਰੀਖਿਆਵਾਂ ਦੇ ਹਿਸਾਬ ਨਾਲ ਹੀ ਮਿਲਦੀ ਆ ਰਹੀ ਸੀ। ਤੇ ਜਦੋਂ ਪ੍ਰਿਥੀ ਚੰਦ ਨੂੰ ਨਹੀਂ ਮਿਲੀ ਤੇ ਉਹਨੇ ਫਿਰ ਜਿਹੜਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੇ ਇਸੇ ਤਹਿਤ ਚੱਲਦਿਆਂ ਉਹਨੇ ਸੁਲਹੀ ਖਾਨ ਨੂੰ ਵੀ ਜਿਹੜਾ ਚੜਾ ਕਰਕੇ ਲਿਆਂਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਉੱਪਰ ਹਮਲਾ ਕੀਤਾ ਜਾਵੇ, ਉਹਨਾਂ ਨੂੰ ਮਾਰ ਦਿੱਤਾ ਜਾਵੇ। ਫਿਰ ਬਾਅਦ ਵਿੱਚ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਨਮ ਹੁੰਦਾ ਹੈ, ਉਹਨਾਂ ਨੂੰ ਵੀ ਜਿਹੜਾ ਹੈ ਬੜੇ ਤਰੀਕਿਆਂ ਨਾਲ ਜਿਹੜਾ ਹੈ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ। ਪ੍ਰਿਥੀ ਚੰਦ ਹਰ ਸਮੇਂ ਆਪਣੇ ਮਨ ਵਿੱਚ ਈਰਖਾ ਹੀ ਰੱਖਦਾ ਸੀ ਕਿ ਗੁਰਗੱਦੀ ਸੀ ਜਿਹੜੀ ਮੈਨੂੰ ਮਿਲਣੀ ਚਾਹੀਦੀ ਸੀ ਤੇ ਮੇਰੇ ਤੋਂ ਛੋਟੇ ਭਰਾ ਨੂੰ ਦੇ ਦਿੱਤੀ। ਬੜੀ ਈਰਖਾ ਉਹਦੇ ਮਨ ਵਿੱਚ। ਇਸੇ ਕਰਕੇ ਜਿਹੜਾ ਹੈ ਹੁਣ ਫਿਰ ਜਦੋਂ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਵੀ ਹੁਣ ਮੇਰੇ ਜਿਹੜੇ ਕੀਤੇ ਵਾਰ ਨੇ ਖਾਲੀ ਜਾ ਰਹੇ, ਤਾਂ ਫਿਰ ਪ੍ਰਿਥੀ ਚੰਦ ਨੇ ਜਿਹੜਾ ਹੈ ਪਹਿਲਾਂ ਅਕਬਰ ਬਾਦਸ਼ਾਹ ਪਾਸ ਜਾਣ ਦੀ ਕੋਸ਼ਿਸ਼ ਕੀਤੀ। ਅਕਬਰ ਬਾਦਸ਼ਾਹ ਨੂੰ ਸਮਝਾਉਣਾ ਚਾਹਿਆ, ਉਹਨੂੰ ਭਰਮਾਉਣਾ ਚਾਹਿਆ ਕਿ ਜਿਹੜੀ ਗੁਰਗੱਦੀ ਸੀ ਉਹ ਮੈਨੂੰ ਦੇਣੀ ਬਣਦੀ ਸੀ, ਪਰ ਮੇਰੇ ਤੋਂ ਛੋਟੇ ਭਰਾ ਨੂੰ ਦੇ ਦਿੱਤੀ ਗਈ ਹੈ। ਉਹਨੇ ਧੱਕੇ ਨਾਲ ਕਬਜ਼ਾ ਕਰ ਲਿਆ, ਦੋਸ਼ ਲਾਇਆ ਗੁਰੂ ਅਰਜਨ ਦੇਵ ਪਾਤਸ਼ਾਹ 'ਤੇ ਉਸਨੇ। ਫਿਰ ਜਦੋਂ ਪੂਰੀ ਛਾਣਬੀਣ ਕੀਤੀ ਗਈ, ਅਕਬਰ ਬਾਦਸ਼ਾਹ ਨੇ ਪੂਰੀ ਛਾਣਬੀਣ ਕਰਵਾਈ ਤੇ ਉਹ ਜਿਹੜੀ ਗੁਰਗੱਦੀ ਸੀ ਉਸਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੁਰਗੱਦੀ ਹੈ ਇਹ ਕੋਈ ਜੱਦੀ ਪੁਰਖੀ ਗੁਰਗੱਦੀ ਨਹੀਂ ਹੈ, ਜਾਂ ਜੱਦੀ ਪੁਰਖੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪੁਰਖਿਆਂ ਦੀ ਚੱਲਦੀ ਆ ਰਹੀ ਹੈ, ਨਹੀਂ ਉਵੇਂ ਗੱਲ ਨਹੀਂ ਹੈ। ਇਹ ਗੱਲ ਇਸ ਤਰ੍ਹਾਂ ਹੈ ਕਿ ਜੋ ਵੀ ਇਸ ਗੁਰਗੱਦੀ ਦੇ ਜ਼ਿੰਮੇਵਾਰ ਹੋਵੇਗਾ, ਯੋਗ ਹੋਵੇਗਾ, ਉਸਨੂੰ ਹੀ ਦੇਣੀ ਬਣਦੀ ਹੈ। ਅਤੇ ਜਦੋਂ ਅਕਬਰ ਬਾਦਸ਼ਾਹ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਜਿਹੜਾ ਹੈ ਪ੍ਰਿਥੀ ਚੰਦ ਨੂੰ ਉਸੇ ਵਕਤ ਕਹਿ ਦਿੰਦਾ ਹੈ ਕਿ ਜੋ ਵੀ ਹੋਇਆ ਹੈ ਠੀਕ ਹੀ ਹੋਇਆ ਹੈ। ਹੁਣ ਜੋ ਅਕਬਰ ਬਾਦਸ਼ਾਹ ਦੇ ਸਮੇਂ ਜੋ ਬੀਰਬਲ ਹੁੰਦਾ ਸੀ, ਅਤੇ ਇੱਧਰ ਜਿਹੜਾ ਬੀਰਬਲ ਨੇ ਵੀ ਪੂਰੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਹਨ ਜਿਹੜੇ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਕਿ ਬੀਰਬਲ ਬੜਾ ਬੁੱਧੀਵਾਨ ਸੀ ਅਤੇ ਬੜਾ ਆਗਿਆਕਾਰੀ ਵਜ਼ੀਰ ਸੀ। ਅਤੇ ਜੇਕਰ ਅੱਜ ਦੇ ਸਮੇਂ ਵਿੱਚ ਇਹ ਵਿਖਾਇਆ ਵੀ ਜਾ ਰਿਹਾ ਹੈ ਕਿ ਬੀਰਬਲ ਜਿਹੜਾ ਹੈ ਬੜਾ ਸੱਚਾ ਅਤੇ ਸੁੱਚਾ ਇਨਸਾਨ ਸੀ, ਇਮਾਨਦਾਰ ਇਨਸਾਨ ਸੀ, ਪਰ ਸਿੱਖਾਂ ਵਾਸਤੇ ਜਿਹੜਾ ਹੈ ਉਹ ਬੜਾ ਹੀ ਕੱਟੜ ਅਤੇ ਦੁਸ਼ਮਣੀ ਭਾਵ ਰੱਖਣ ਵਾਲਾ ਇਨਸਾਨ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਮੇਰੇ ਤੋਂ ਸਿਵਾ ਕੋਈ ਸਿਆਣਪ ਵਾਲਾ ਹੋਰ ਕੋਈ ਹੋ ਸਕੇ। ਇਸੇ ਕਰਕੇ ਉਹ ਜਿਹੜਾ ਹੈ ਗੁਰੂ ਘਰ ਨਾਲ ਵਿਰੋਧਤਾ ਰੱਖਦਾ ਸੀ, ਗੁਰੂ ਘਰ ਦੇ ਪ੍ਰਤੀ ਨਫ਼ਰਤ ਸੀ ਉਹਦੇ ਮਨ ਵਿੱਚ। ਇਸੇ ਕਰਕੇ ਪ੍ਰਿਥੀ ਚੰਦ ਨਾਲ ਮਿਲ ਕਰਕੇ ਉਹਨੇ ਵੀ ਕੋਸ਼ਿਸ਼ ਕੀਤੀ, ਬੀਰਬਲ ਨੇ ਵੀ, ਕਿ ਇਹ ਜਿਹੜੇ ਪੰਜਵੇਂ ਪਾਤਸ਼ਾਹ ਹਨ, ਪੰਜਵੇਂ ਗੁਰੂ ਬਣੇ ਬੈਠੇ ਹਨ, ਇਹ ਕਿਤੇ ਨਾ ਕਿਤੇ ਜਾ ਕਰਕੇ ਸ਼ਹੀਦ ਹੋ ਜਾਣ, ਮਾਰ ਦਿੱਤਾ ਜਾਵੇ, ਕਤਲ ਕਰ ਦਿੱਤਾ ਜਾਵੇ ਇਹਨਾਂ ਨੂੰ। ਉਹਦਾ ਉਸ ਬੀਰਬਲ ਦਾ ਵੀ ਬੜਾ ਵੱਡਾ ਰੋਲ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਨ ਵਿੱਚ। ਅਤੇ ਇੱਕ ਪਾਸੇ ਜਿਹੜਾ ਚੰਦੂ ਹੈ, ਜਦੋਂ ਸੰਗਤ ਦੇ ਕਹਿਣ ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਚੰਦੂ ਦੇ ਘਰ ਤੋਂ ਆਇਆ ਹੋਇਆ ਰਿਸ਼ਤਾ ਹਰਗੋਬਿੰਦ ਪਾਤਸ਼ਾਹ ਵਾਸਤੇ ਉਸ ਨੂੰ ਮੋੜ ਦੇਣਾ ਕਰਦੇ ਹਨ, ਠੁਕਰਾ ਦਿੰਦੇ ਹਨ ਰਿਸ਼ਤੇ ਨੂੰ, ਕਿਉਂਕਿ ਸੰਗਤ ਹੈ ਜਿਹੜੀ
ਉਸ ਦਾ ਕੀਤਾ ਹੋਇਆ ਜੋ ਵੀ ਵਚਨ ਹੁੰਦਾ ਸੀ, ਸਮੂਹਿਕ ਰੂਪ ਵਿੱਚ ਜੋ ਵੀ ਸੰਗਤ ਕਹਿਣਾ ਕਰਦੀ ਸੀ, ਗੁਰੂ ਪਾਤਸ਼ਾਹ ਜੀ ਉਹਨੂੰ ਮੰਨਣਾ ਕਰਦੇ ਸਨ। ਅਤੇ ਸੰਗਤ ਨੂੰ ਜਦੋਂ ਪਤਾ ਲੱਗਿਆ ਵੀ ਜਿਹੜਾ ਚੰਦੂ ਬ੍ਰਾਹਮਣ ਹੈ ਇਹ ਖੋਟੀ ਨੀਤੀ ਨਾਲ ਜਿਹੜਾ ਹੈ ਇਸ ਗੁਰੂ ਘਰ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਇਸੇ ਕਰਕੇ ਜਦੋਂ ਸੰਗਤ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਸੰਗਤ ਹੈ ਜਿਹੜੀ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦੀ ਹੈ ਕਿ ਪਾਤਸ਼ਾਹ ਜੀ ਇਸ ਚੰਦੂ ਨਾਲ ਕਦੇ ਵੀ ਆਪਣੇ ਪੁੱਤਰ ਦਾ ਰਿਸ਼ਤਾ ਨਾ ਜੋੜਨਾ, ਕਦੇ ਵੀ ਜਿਹੜਾ ਹੈ ਇਸ ਦੀ ਇਸ ਪੁੱਤਰੀ ਨਾਲ ਆਪਣੇ ਪੁੱਤਰ ਦਾ ਵਿਆਹ ਨਾ ਕਰਵਾਉਣਾ, ਅਤੇ ਇਹ ਰਿਸ਼ਤਾ ਹੈ ਜਿਹੜਾ ਇਹਨੂੰ ਠੁਕਰਾ ਦੇਣਾ ਕਰੋ। ਹੁਣ ਉਸ ਗੱਲ ਨੂੰ ਲੈ ਕਰਕੇ ਜਿਹੜਾ ਚੰਦੂ ਹੈ ਗੁਰੂ ਪ੍ਰਤੀ ਜਿਹੜੀ ਹੈ ਵਿਰੋਧਤਾ ਕਰਨ ਲੱਗਿਆ, ਗੁਰੂ ਪ੍ਰਤੀ ਨਫ਼ਰਤ ਉਹਦੇ ਮਨ ਵਿੱਚ ਹੋਰ ਵੱਧ ਗਈ। ਗੁਰੂ ਘਰ ਨੂੰ ਉਹਨੇ ਨੀਵਾਂ ਦੱਸਿਆ ਅਤੇ ਇਸ ਉਹਦੇ ਅੰਦਰ ਜੋ ਹਉਮੈ ਸੀ, ਹੰਕਾਰ ਸੀ, ਆਪਣੇ ਆਪ ਨੂੰ ਉੱਚਾ ਸਮਝਦਾ ਸੀ ਅਤੇ ਗੁਰੂ ਘਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ, ਅਤੇ ਇੱਕ ਰਿਸ਼ਤੇ ਨੂੰ ਠੁਕਰਾ ਦਿੱਤਾ ਗਿਆ। ਉਸ ਨੂੰ ਲੈ ਕਰਕੇ ਜਿਹੜਾ ਹੈ ਇਹਨੇ ਬੜੀਆਂ ਨੀਤੀਆਂ ਘੜੀਆਂ ਅਤੇ ਜਹਾਂਗੀਰ ਬਾਦਸ਼ਾਹ ਨੂੰ ਜਿਹੜਾ ਹੈ ਭਰਮਾ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਿਹੜਾ ਹੈ ਕੈਦ ਕੀਤਾ ਜਾਂਦਾ ਹੈ। ਹੁਣ ਇੱਕ ਤਾਂ ਹੋ ਗਈ ਘਰੇਲੂ ਪ੍ਰਿਥੀ ਚੰਦ ਦੀ ਜਿਹੜੀ ਵਿਰੋਧਤਾ, ਅਤੇ ਦੂਜੀ ਜਿਹੜੀ ਹੈ ਚੰਦੂ ਦੀ ਵਿਰੋਧਤਾ। ਅਤੇ ਕੁਝ ਇਤਿਹਾਸਕਾਰ ਇਹ ਵੀ ਲਿਖਣਾ ਕਰਦੇ ਹਨ ਕਿ ਸਭ ਤੋਂ ਵੱਡੀ ਜਿਹੜੀ ਹੈ ਉਹ ਕਾਰਨ ਇਹ ਸੀ ਕਿ ਉਸ ਸਮੇਂ ਦੀ ਜਿਹੜੀ ਬਾਦਸ਼ਾਹੀ ਸੀ, ਜਾਂ ਕਹਿ ਦਈਏ ਉਸ ਸਮੇਂ ਦੀ ਜਿਹੜੀ ਸਰਕਾਰ ਸੀ, ਤਾਂ ਜਿਹੜੇ ਹੋਰ ਕੋਈ ਸਨਾਤਨੀ ਜਾਂ ਹੋਰ ਧਰਮ ਸਨ ਉਹ ਇਹ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ ਕਿ ਜਿਹੜਾ ਇਹ ਸਿੱਖ ਧਰਮ ਹੈ ਉਹ ਪ੍ਰਫੁੱਲਿਤ ਹੋ ਰਿਹਾ ਹੈ। ਸੋ ਇਹ ਵੀ ਬੜਾ ਕਾਰਨ ਬਣਦਾ ਹੈ ਕਿ ਇਹ ਗੁਰੂ ਘਰ ਦੀ ਜਿਹੜੀ ਦਿਨੋਂ ਦਿਨ ਪ੍ਰਫੁੱਲਤ ਵੱਧਦੀ ਜਾ ਰਹੀ ਸੀ, ਦਿਨੋਂ ਦਿਨ ਵਿਕਾਸ ਹੁੰਦਾ ਜਾ ਰਿਹਾ ਸੀ ਗੁਰੂ ਘਰ ਦਾ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਉਹ ਇਹ ਜਿਹੜੇ ਨਕਸ਼ਬੰਦੀ ਸਨ ਜਾਂ ਕੱਟੜਵਾਦੀ ਮਲਾਣੇ ਸਨ ਜਾਂ ਬ੍ਰਾਹਮਣ ਸਨ, ਸਨਾਤਨੀਆਂ ਸਨ, ਇਹ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ ਕਿ ਇਹ ਗੁਰੂ ਘਰ ਹੈ ਜਿਹੜਾ ਵਿਕਾਸ ਕਰ ਸਕੇ। ਕਿਉਂ ਵਿਕਾਸ ਕਰਦਾ ਜਾ ਰਿਹਾ ਹੈ? ਅਤੇ ਕਿਉਂਕਿ ਜਿਹੜਾ ਜਹਾਂਗੀਰ ਬਾਦਸ਼ਾਹ ਹੈ, ਜੇ ਉਹਨੇ ਜੋ ਆਪਣੀ ਜੀਵਨੀ ਲਿਖੀ ਹੈ ਉਹਦੇ ਵਿੱਚ ਉਹਨੇ ਇਹ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਪੰਜਵਾਂ ਗੁਰੂ ਬਣਿਆ ਹੈ ਇਹਦਾ ਜਿਹੜਾ ਖਾਤਮਾ ਹੋਣਾ ਬੜਾ ਜ਼ਰੂਰੀ ਹੈ। ਇਹਨੇ ਜਿਹੜੀ ਪਾਖੰਡ ਦੀ ਦੁਕਾਨ ਖੋਲ੍ਹੀ ਹੋਈ ਹੈ, ਪਾਖੰਡ ਦੀ ਹੱਟੀ ਖੋਲ੍ਹੀ ਹੋਈ ਹੈ, ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਅਤੇ ਮੇਰੀ ਦਿਲੀ ਚਾਹਤ ਹੈ ਕਿ ਮੈਂ ਇਹ ਜਿਹੜੀ ਹੱਟ ਚੱਲ ਰਿਹਾ ਹੈ, ਜਿਹੜੀ ਦੁਕਾਨ ਚੱਲ ਰਹੀ ਹੈ ਪਾਖੰਡ ਦੀ, ਇਸ ਦਾ ਜਿਹੜਾ ਨਾਸ਼ ਕਰ ਦੇਣਾ। ਸੋ ਇਹ ਜਿਹੜਾ ਜਹਾਂਗੀਰ ਬਾਦਸ਼ਾਹ ਨੇ ਆਪਣੀ ਜੀਵਨੀ ਜੋ ਕਿਤਾਬ ਲਿਖੀ ਉਹਦੇ ਵਿੱਚ ਲਿਖਣਾ ਕੀਤਾ ਸੀ, ਜਿਸ ਵਿੱਚ ਉਸਨੇ ਇਹ ਦੋਸ਼ ਲਾਏ ਸਨ। ਸਾਧ ਸੰਗਤ ਜੀ, ਹਰ ਇੱਕ ਧਰਮ ਦੀਆਂ ਦੋ ਹੀ ਮੇਨ ਅਤੇ ਮੁੱਖ ਚੀਜ਼ਾਂ ਹੁੰਦੀਆਂ ਨੇ, ਇੱਕ ਗ੍ਰੰਥ ਅਤੇ ਦੂਸਰਾ ਪੰਥ। ਜਿਸ ਵੀ ਧਰਮ ਕੋਲ ਉਸ ਦਾ ਧਾਰਮਿਕ ਗ੍ਰੰਥ ਹੈ ਅਤੇ ਉਸ ਦਾ ਪੰਥ ਹੈ ਜਿਹੜਾ ਚੜ੍ਹਦੀ ਕਲਾ ਵਿੱਚ ਹੈ, ਉਹ ਜਿਹੜਾ ਧਰਮ ਹੈ ਹਮੇਸ਼ਾ ਹੀ ਪ੍ਰਫੁੱਲਿਤ ਰਹਿੰਦਾ ਹੈ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਵਿਕਾਸ ਦੀਆਂ ਬੁਲੰਦੀਆਂ ਛੂੰਹਦਾ ਹੈ। ਅਤੇ ਉਹ ਦੋ ਚੀਜ਼ਾਂ ਹਨ ਜਿਹੜੀਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿੱਥੇ ਪੰਥ ਨੂੰ ਇਕਜੁੱਟ ਕੀਤਾ ਹੈ, ਉੱਥੇ ਨਾਲ ਹੀ ਨਾਲ ਉਸ ਗ੍ਰੰਥ ਮਹਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੰਕਲਨਾ ਕੀਤੀ, ਸੰਪਾਦਨਾ ਕੀਤੀ, ਅਤੇ ਉਹ ਗ੍ਰੰਥ ਹੈ ਜਿਹੜਾ ਇਸ ਸਿੱਖ ਧਰਮ ਦਾ ਜਿਹੜਾ ਮੁੱਢਲਾ ਸਰੋਤ ਵਜੋਂ ਜਿਹੜਾ ਹੈ ਦੇਣਾ ਕੀਤਾ ਹੈ। ਜਿੱਥੇ ਪੰਥ ਦਿੱਤਾ ਉੱਥੇ ਗ੍ਰੰਥ ਵੀ ਦਿੱਤਾ। ਅਤੇ ਕੁਝ ਇਤਿਹਾਸਕਾਰ ਇਹ ਵੀ ਕਾਰਨ ਲਿਖਣਾ ਕਰਦੇ ਹਨ ਕਿ ਸ਼ਹੀਦੀ ਵਿੱਚ ਜਿਹੜਾ ਹੈ ਇਹ ਵੀ ਮੇਨ ਕਾਰਨ ਬਣਦਾ ਹੈ ਕਿ ਜਿੱਥੇ ਪਹਿਲਾਂ ਤੋਂ ਪੰਥ ਚੱਲਦਾ ਆ ਰਿਹਾ ਸੀ, ਉਸ ਪੰਥ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਦਿੱਤਾ, ਅਤੇ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ। ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ, ਇੱਕ ਧਰਮ ਗ੍ਰੰਥ ਬਣਾ ਦੇਣਾ, ਇਹ ਜਿਹੜਾ ਹੈ ਸਮੇਂ ਦੀ ਸਰਕਾਰ ਨੂੰ ਅਤੇ ਹੋਰ ਜਿਹੜੇ ਨਕਸ਼ਬੰਦੀ ਸਨ ਅਤੇ ਜਿਹੜੇ ਹੋਰ ਬ੍ਰਾਹਮਣ ਸਨ ਜਾਂ ਸਨਾਤਨੀਏ ਸਨ, ਇਹ ਬਰਦਾਸ਼ਤ ਨਹੀਂ ਕਰ ਸਕੇ ਕਿ ਇਹਨਾਂ ਦਾ ਜਿਹੜਾ ਹੈ ਉਹ ਗ੍ਰੰਥ ਰਚਿਆ ਗਿਆ। ਇਹਨਾਂ ਨੇ ਆਪ ਉਸ ਗ੍ਰੰਥ ਦੀ ਰਚਨਾ ਕਰ ਲਈ ਹੈ
ਤੇ ਉਸ ਗ੍ਰੰਥ ਵਿੱਚ ਜੋ ਪਿਛਲੇ ਗੁਰੂ ਸਾਹਿਬਾਨ ਦੀ ਬਾਣੀ ਤੇ ਆਪ ਨੇ ਇਹਨਾਂ ਨੇ ਜੋ ਬਾਣੀ ਰਚਿਤ ਕੀਤੀ ਹੈ ਉਹ ਇਸ ਵਿੱਚ ਅੰਕਿਤ ਕੀਤੀ ਗਈ ਤੇ ਉਸ ਨੂੰ ਪੜ੍ਹ ਕਰਕੇ ਜਿਹੜਾ ਹੈ ਇਹ ਜਿਹੜੇ ਸਿੱਖ ਹਨ ਉਸ ਮਾਰਗ ਤੇ ਚੱਲ ਪਏ ਹਨ ਤੇ ਇਹਨਾਂ ਨੇ ਸਾਡਾ ਰਾਹ ਜਿਹੜਾ ਹੈ ਛੱਡ ਦੇਣਾ। ਉਸ ਬਾਣੀ ਨੂੰ ਪੜ੍ਹ ਕਰਕੇ ਇਹਨਾਂ ਵਿੱਚ ਸ਼ਕਤੀ ਆਉਂਦੀ ਹੈ ਤੇ ਇਹ ਨਾ ਹੋਵੇ ਕਿ ਉਸ ਬਾਣੀ ਨੂੰ ਪੜ੍ਹ ਕਰਕੇ ਇਹ ਸਾਡੇ ਨਾਲ ਆ ਲੜਨ। ਇਸ ਕਰਕੇ ਉਹਨਾਂ ਤੁਰਕਾਂ ਨੂੰ ਤੇ ਇਹਨਾਂ ਨਕਸ਼ਬੰਦੀਆਂ ਨੂੰ ਤੇ ਬ੍ਰਾਹਮਣਾਂ ਨੂੰ ਡਰ ਸੀ ਕਿ ਜੇਕਰ ਇਹਨਾਂ ਨੇ ਉਹ ਗ੍ਰੰਥ ਦੀ ਸੰਪਾਦਨਾ ਕਰ ਲਈ ਹੈ ਤੇ ਜੇਕਰ ਉਹ ਗ੍ਰੰਥ ਵਿੱਚ ਰਚਿਤ ਬਾਣੀ ਇਹਨਾਂ ਨੇ ਪੜ੍ਹ ਲਈ ਤੇ ਕਿਤੇ ਸਾਡੇ ਨਾਲ ਲੜਨ ਨਾ ਆ ਜਾਣ। ਉਸ ਬਾਣੀ ਵਿੱਚ ਜੋ ਸ਼ਕਤੀ ਹੈ ਉਸ ਨੂੰ ਪੜ੍ਹ ਕਰਕੇ ਕਿਤੇ ਸਾਡੇ ਨਾਲ ਆ ਲੜਨਗੇ। ਇਸ ਕਰਕੇ ਇਹ ਵੀ ਕਾਰਨ ਮੰਨਿਆ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਸੰਪਾਦਨਾ ਹੋਈ ਹੈ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਏ। ਉਹਨਾਂ ਨੂੰ ਇਹ ਸੀ ਕਿ ਹੁਣ ਜੋ ਸਾਡੇ ਗ੍ਰੰਥ ਹਨ ਉਹਨਾਂ ਨੂੰ ਪੜ੍ਹਨਾ ਛੱਡ ਦੇਣਗੇ, ਲੋਕ ਇਹਨਾਂ ਨੂੰ ਪੜ੍ਹਿਆ ਕਰਨਗੇ। ਇਹ ਜੋ ਪੰਜਵੇਂ ਪਾਤਸ਼ਾਹ ਨੇ ਜਿਹੜੀ ਇਹਨਾਂ ਦੇ ਪੰਜਵੇਂ ਗੁਰੂ ਨੇ ਜਿਹੜੀ ਬਾਣੀ ਰਚ ਦਿੱਤੀ ਹੈ, ਜਿਹੜਾ ਗ੍ਰੰਥ ਰਚ ਦਿੱਤਾ ਉਸ ਨੂੰ ਪੜ੍ਹਿਆ ਕਰਨਗੇ। ਇਹ ਵੀ ਜਿਹੜਾ ਹੈ ਮੁੱਖ ਕਾਰਨ ਮੰਨਿਆ ਜਾਂਦਾ ਸਾਧ ਸੰਗਤ ਜੀ। ਜੋ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਸਾਡੇ ਕੋਲ ਹਨ ਤੇ ਉਸ ਪੰਜਵੇਂ ਪਾਤਸ਼ਾਹ ਦੀ ਹੀ ਦੇਣ ਹਨ। ਗੁਰੂ ਪਾਤਸ਼ਾਹ ਨੇ ਸਾਨੂੰ ਪੰਥ ਤੇ ਗ੍ਰੰਥ ਦੋਨੋਂ ਬਖਸ਼ਿਸ਼ ਕੀਤੇ ਹਨ ਤੇ ਸਾਡੀ ਝੋਲੀ ਪਾਏ ਹਨ। ਤੇ ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਿਹੜਾ ਹੈ ਲਾਹੌਰ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜਦੋਂ ਜਹਾਂਗੀਰ ਬਾਦਸ਼ਾਹ ਆਪ ਕਸ਼ਮੀਰ ਚਲਾ ਜਾਂਦਾ ਹੈ ਤੇ ਇੱਧਰ ਚੰਦੂ ਹੈ ਜਿਹੜਾ ਗੁਰੂ ਪਾਤਸ਼ਾਹ ਨੂੰ ਇਕੱਠਾ ਤਸੀਹੇ ਦਿੰਦਾ ਹੈ, ਪਹਿਲਾਂ ਕੈਦ ਵਿੱਚ ਰੱਖਦਾ ਹੈ। ਕੈਦ ਵਿੱਚ ਰੱਖਣ ਤੋਂ ਬਾਅਦ ਜਿਹੜਾ ਹੈ ਗੁਰੂ ਪਾਤਸ਼ਾਹ ਨੂੰ ਇਸਲਾਮ ਧਰਮ ਕਬੂਲ ਕਰਨ ਵਾਸਤੇ ਕਿਹਾ ਜਾਂਦਾ ਹੈ, ਪਰ ਪਾਤਸ਼ਾਹ ਇਨਕਾਰ ਕਰ ਦਿੰਦੇ ਹਨ। ਤੇ ਫਿਰ ਜਿਹੜਾ ਹੈ ਗੁਰੂ ਪਾਤਸ਼ਾਹ ਨੂੰ ਤਖਤੀ ਤਵੀ 'ਤੇ ਬਿਠਾ ਕਰਕੇ ਉਬਲਦੀ ਦੇਗ ਵਿੱਚ ਬਿਠਾ ਕਰਕੇ ਜਿਹੜਾ ਹੈ ਤਸੀਹੇ ਦਿੱਤੇ ਜਾਂਦੇ ਹਨ, ਤੱਤਾ ਰੇਤਾ ਪਾਇਆ ਜਾਂਦਾ ਹੈ। ਗੁਰੂ ਪਾਤਸ਼ਾਹ ਅਡੋਲ ਅਵਸਥਾ ਵਿੱਚ ਬਿਰਾਜਮਾਨ ਹਨ। ਸਾਰੇ ਸਰੀਰ ਉੱਪਰ ਜਿਹੜਾ ਹੈ ਛਾਲੇ ਪੈ ਜਾਂਦੇ ਹਨ ਤੇ ਬਾਅਦ ਵਿੱਚ ਜਿਹੜਾ ਹੈ ਚੰਦੂ ਫਿਰ ਆ ਕਰਕੇ ਕਹਿਣਾ ਕਰਦਾ ਹੈ ਕਿ ਤੁਸੀਂ ਜਿਹੜਾ ਹੈ ਰਿਸ਼ਤਾ ਸਵੀਕਾਰ ਕਰ ਲਿਆ ਕਰੋ ਮੇਰੀ ਪੁੱਤਰੀ ਦਾ। ਪਰ ਗੁਰੂ ਪਾਤਸ਼ਾਹ ਨੇ ਜਿਹੜਾ ਹੈ ਆਪਣੇ ਮੁਖ ਤੋਂ ਕੁਝ ਨਾ ਉਚਾਰਦਿਆਂ ਹੋਇਆ ਚੁੱਪਚਾਪ ਰਹਿੰਦੇ ਹਨ ਤੇ ਚੰਦੂ ਹੈ ਜਿਹੜਾ ਗੁਰੂ ਮਹਾਰਾਜ ਨੂੰ ਨਦੀ ਦੇ ਵਿੱਚ ਲੈ ਜਾਂਦਾ ਇਸ਼ਨਾਨ ਕਰਵਾਉਣ ਵਾਸਤੇ। ਗੁਰੂ ਮਹਾਰਾਜ ਉੱਥੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ, ਆਪਣੇ ਪ੍ਰਾਣ ਤਿਆਗ ਦਿੰਦੇ ਹਨ ਤੇ ਉਸੇ ਨਦੀ ਵਿੱਚ ਹੀ ਜਿਹੜਾ ਹੈ ਗੁਰੂ ਪਾਤਸ਼ਾਹ ਦਾ ਜਿਹੜਾ ਸਰੀਰ ਹੈ ਉਸ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਿਹੜਾ ਹੈ ਆਪਣਾ ਬਲੀਦਾਨ ਦੇ ਦਿੱਤਾ, ਪਰ ਆਪਣਾ ਨਾ ਧਰਮ ਛੱਡਿਆ ਤੇ ਨਾ ਹੀ ਉਸ ਦੁਸ਼ਟ ਚੰਦੂ ਬ੍ਰਾਹਮਣ ਦੀ ਗੱਲ ਨੂੰ ਸਵੀਕਾਰ ਕੀਤਾ। ਸੱਚ ਦੇ ਰਸਤੇ ਤੇ ਚੱਲੇ ਅਤੇ ਉਸ ਸੱਚ ਦੇ ਰਸਤੇ ਤੇ ਚੱਲਦਿਆਂ ਹੋਇਆ ਆਪਣਾ ਬਲੀਦਾਨ ਦੇ ਦਿੱਤਾ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 30 ਰਾਗਾਂ ਆਪਣੀ ਬਾਣੀ ਅੰਕਿਤ ਕੀਤੀ ਹੈ, ਉੱਥੇ ਹੀ ਸੁਖਮਨੀ ਸਾਹਿਬ, ਸਹਿਸਕ੍ਰਿਤੀ ਅਤੇ ਹੋਰ ਕਈ ਬਾਣੀਆਂ ਹਨ ਜੋ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਕੀਤੀਆਂ। ਸੋ